ਪਿਆਰੇ ਵਿਦਿਆਰਥੀਓ, ਆਪ ਸਭ ਦਾ ਸਵਾਗਤ ਹੈ ਅੱਜ ਦੇ ਸਮਾਜਿਕ ਵਿਗਿਆਨ ਦੇ ਇਸ ਸੈਸ਼ਨ ਵਿੱਚ। ਜਮਾਤ 8ਵੀਂ ਦੇ ਪਾਠ ਨੰਬਰ 12 ਪੇਂਡੂ ਜੀਵਨ ਅਤੇ ਸਮਾਜ ਦਾ ਆਪਾਂ ਅਧਿਐਨ ਕਰ ਰਹੇ ਹਾਂ। ਹੁਣ ਤੱਕ ਇਸ ਪਾਠ ਨੂੰ ਆਪਾਂ ਨੇ ਦੋ ਭਾਗਾਂ ਵਿੱਚ ਵਿਚਾਰਿਆ, ਜਿਸ ਵਿੱਚ ਆਪਾਂ ਨੇ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਆਪਾਂ ਇਜਾਰੇਦਾਰੀ ਨੀਤੀ, ਸਥਾਈ ਬੰਦੋਬਸਤ, ਰਈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਨੂੰ ਜਾਣਿਆ ਕਿ ਕਿਵੇਂ ਅੰਗਰੇਜ਼ਾਂ ਨੇ ਕ੍ਰਿਸ਼ੀ ਨੂੰ ਜਾਂ ਖੇਤੀਬਾੜੀ ਨੂੰ ਆਪਣੇ ਲਾਭ ਹਿੱਤ ਵਰਤਿਆ ਅਤੇ ਇਸ ਤੋਂ ਧਨ ਕਮਾਉਣ ਦਾ ਜ਼ਰੀਆ ਪੈਦਾ ਕੀਤਾ ਅਤੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਉਹ ਲਗਾਨ ਦਾ ਭੁਗਤਾਨ ਕਰਕੇ ਹੀ ਆਪਣੇ ਆਪ ਨੂੰ ਬਚਾ ਸਕਦੇ ਹਨ। ਸੋ ਅੱਜ ਆਪਾਂ ਇਸ ਦੇ ਤੀਜੇ ਭਾਗ ਵਿੱਚ ਪਿਆਰੇ ਵਿਦਿਆਰਥੀਓ ਇਸ ਪਾਠ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਆਪਾਂ ਪਹਿਲਾਂ ਹੀ ਇਸ ਪਾਠ ਦੇ ਸ਼ੁਰੂ ਵਿੱਚ ਹੀ ਦੱਸਿਆ ਸੀ ਕਿ ਇਸ ਪਾਠ ਨੂੰ ਅਸੀਂ 4 ਭਾਗਾਂ ਵਿੱਚ ਵੰਡ ਕੇ ਤੁਹਾਡੇ ਅੱਗੇ ਰੱਖਾਂਗੇ ਅਤੇ ਅਸੀਂ ਹਰੇਕ ਭਾਗ ਵਿੱਚ ਕੁਛ ਨਾ ਕੁਛ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਆਪਾਂ ਨੇ ਭਾਗ 1 ਅਤੇ 2 ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਸੰਬੰਧੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਨੀਤੀਆਂ ਸਨ ਇਜਾਰੇਦਾਰੀ ਪ੍ਰਬੰਧ, ਸਥਾਈ ਬੰਦੋਬਸਤ, ਰਈਅਤਵਾੜੀ ਪ੍ਰਬੰਧ, ਮਹਿਲਵਾੜੀ ਪ੍ਰਬੰਧ। ਇਸ ਤੋਂ ਬਾਅਦ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦੇ ਮਾੜੇ ਪ੍ਰਭਾਵ ਵੀ ਆਪਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਵੇਂ ਅੰਗਰੇਜ਼ ਅਤੇ ਜ਼ਮੀਂਦਾਰ ਮਿਲ ਕੇ ਗਰੀਬ ਕਿਸਾਨ ਦਾ ਸ਼ੋਸ਼ਣ ਕਰਦੇ ਸੀ, ਗਰੀਬ ਕਿਸਾਨ ਦੀ ਲੁੱਟ ਕਰਦੇ ਸੀ ਅਤੇ ਉਸ ਨੂੰ ਮਜਬੂਰ ਕਰਦੇ ਸੀ ਲਗਾਨ ਦਾ ਭੁਗਤਾਨ ਕਰਨ ਲਈ। ਸੋ ਖੇਤੀ ਜਿਵੇਂ ਕਿ ਕੁਦਰਤ 'ਤੇ ਨਿਰਭਰ ਹੈ ਅਤੇ ਕੁਦਰਤੀ ਆਫਤਾਂ ਦਾ ਸਾਹਮਣਾ ਵੀ ਫਿਰ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਹੀ ਕਰਨਾ ਪੈਂਦਾ ਹੈ। ਜਿਵੇਂ ਅਕਾਲ ਪੈ ਜਾਣਾ, ਹੜ੍ਹ ਆ ਜਾਣੇ ਜਾਂ ਸੋਕਾ ਪੈ ਜਾਣਾ ਜਾਂ ਫਸਲਾਂ ਦਾ ਨਸ਼ਟ ਹੋ ਜਾਣਾ, ਕਿਸੇ ਕੁਦਰਤੀ ਕਾਰਨ ਕਰਕੇ ਟਿੱਡੀ ਦਲ ਪੈ ਜਾਣਾ, ਕਿਸਾਨਾਂ ਨੂੰ ਫਿਰ ਵੀ ਲਗਾਨ ਦੇਣਾ ਪੈਂਦਾ ਸੀ, ਅਦਾ ਕਰਨਾ ਪੈਂਦਾ ਸੀ ਅਤੇ ਇਸ ਲਗਾਨ ਨੂੰ ਕਿਸਾਨਾਂ ਨੂੰ ਅਦਾ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਸੀ। ਅਤੇ ਆਪਾਂ ਨੇ ਇੱਥੇ ਆਪਾਂ ਨੂੰ ਤਸਵੀਰਾਂ ਵਿੱਚ ਕਿਸਾਨਾਂ ਦੀ ਹਾਲਤ ਦਿਖਾਈ ਗਈ ਹੈ ਕਿ ਕਿਵੇਂ ਸੋਕੇ ਦੀ ਮਾਰੀ ਹੋਈ ਫਸਲ ਅਤੇ ਦੂਜੇ ਪਾਸੇ ਕਿਸਾਨ ਉਸ ਗਮ ਦੇ ਵਿੱਚ ਬੈਠਾ ਹੈ ਕਿ ਫਸਲ ਤਾਂ ਨਹੀਂ ਹੋਈ ਪਰ ਲਗਾਨ ਸਿਰ 'ਤੇ ਖੜ੍ਹਾ ਹੈ ਅਤੇ ਉਹ ਅਦਾ ਕਰਨਾ ਹੀ ਪੈਣਾ ਹੈ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਪੜ੍ਹਾਂਗੇ ਕ੍ਰਿਸ਼ੀ ਵਣਜੀਕਰਨ। ਕ੍ਰਿਸ਼ੀ ਫਿਰ ਖੇਤੀ ਹੀ ਹੈ। ਕ੍ਰਿਸ਼ੀ ਵਣਜੀਕਰਨ ਦੇ ਪ੍ਰਭਾਵ ਕੀ ਰਹੇ ਵੀ ਇਹ ਕ੍ਰਿਸ਼ੀ ਵਣਜੀਕਰਨ ਹੁੰਦਾ ਹੈ ਵਪਾਰੀਕਰਨ। ਜਿੱਥੇ ਆਪਾਂ ਨੇ ਖੇਤੀਬਾੜੀ ਗੁਜ਼ਾਰੇ ਵਾਸਤੇ ਕਰਨ ਬਾਰੇ ਪੜ੍ਹਿਆ ਸੀ ਕਿ ਭਾਰਤੀ ਕਿਸਾਨ ਖੇਤੀਬਾੜੀ ਸਿਰਫ ਆਪਣੇ ਗੁਜ਼ਾਰੇ ਲਈ ਕਰਦੇ ਸੀ, ਆਪਣੇ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰਦੇ ਸੀ। ਪਿੰਡ ਦੇ ਵਿੱਚ ਸਭ ਤਰ੍ਹਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਸੀ, ਇੱਕ ਦੂਜੇ 'ਤੇ ਨਿਰਭਰ ਸੀ। ਕਿਸਾਨ ਬਾਕੀ ਜਿਵੇਂ ਤਰਖਾਣਾ ਕੰਮ 'ਤੇ, ਲੋਹਾਰਾ ਕੰਮ 'ਤੇ ਅਤੇ ਹੋਰ ਲੋਕਾਂ ਦੇ ਕੰਮ ਧੰਦਿਆਂ ਦੇ ਨਾਲ, ਕੱਪੜੇ ਸਿਉਣ ਵਾਲਿਆਂ ਨਾਲ, ਕੱਪੜੇ ਬੁਣਨ ਵਾਲਿਆਂ 'ਤੇ ਨਿਰਭਰ ਸੀਗੇ। ਇਹਨਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ ਅਤੇ ਬਾਕੀ ਕੰਮ ਧੰਦਿਆਂ ਵਾਲੇ ਲੋਕ ਕਿਸਾਨਾਂ ਤੋਂ ਅਨਾਜ ਫਸਲਾਂ ਲੈ ਕੇ ਆਪਣਾ ਜੀਵਨ ਨਿਰਵਾਹ ਕਰਿਆ ਕਰਦੇ ਸੀ ਅਤੇ ਬੜਾ ਸਾਦ ਮੁਰਾਦਾ ਜਿਹਾ ਜੀਵਨ ਬਤੀਤ ਕਰਿਆ ਕਰਦੇ ਸੀ। ਪਰ ਅੰਗਰੇਜ਼ਾਂ ਦੇ ਆਉਣ ਨਾਲ ਭਾਰਤੀ ਖੇਤੀ ਦਾ ਸਰੂਪ ਬਦਲਿਆ ਅਤੇ ਅੱਜ ਆਪਾਂ ਉਹਦੇ ਬਾਰੇ ਹੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਖੇਤੀਬਾੜੀ ਦਾ ਵਪਾਰੀਕਰਨ ਕਿਵੇਂ ਹੋਇਆ। ਵਣਜੀਕਰਨ ਹੁੰਦਾ ਵਪਾਰੀਕਰਨ, ਕਿ ਅਸੀਂ ਹੁਣ ਖੇਤੀ ਲਾਭ ਲਈ ਕਰਦੇ ਹਾਂ। ਤਾਂ ਆਓ ਬੱਚਿਓ ਜਾਣਨ ਦੀ ਕੋਸ਼ਿਸ਼ ਕਰੀਏ ਕ੍ਰਿਸ਼ੀ ਵਣਜੀਕਰਨ ਸੰਬੰਧੀ। ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਅਤੇ ਹੁਣ ਵੀ ਭਾਰਤੀ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੀ ਰਿਹਾ ਹੈ। ਖੇਤੀਬਾੜੀ ਪਿੰਡ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਂਦੀ ਸੀ। ਆਪਣੇ ਭਾਈਚਾਰੇ ਵਿੱਚ ਜਿੰਨੀਆਂ ਲੋੜਾਂ ਹੈ, ਜਿਨ੍ਹਾਂ ਨੂੰ ਅਨਾਜ ਦੀ ਲੋੜ ਹੈ, ਉਹ ਅਨਾਜ ਦੀ ਪੂਰਤੀ ਕਰਨ ਲਈ ਖੇਤੀਬਾੜੀ ਕੀਤੀ ਜਾਂਦੀ ਸੀ। ਇਸ ਤੋਂ ਵੱਧ ਖੇਤੀ ਦਾ ਕੋਈ ਮਕਸਦ ਨਹੀਂ ਸੀ।
ਕਿਉਂਕਿ ਲੋਕਾਂ ਦੀਆਂ ਆਮ ਲੋੜਾਂ ਵੀ ਬਹੁਤੀਆਂ ਨਹੀਂ ਸਨ। ਇਸ ਲਈ ਪਿੰਡ ਦੇ ਲੋਕ ਆਪਸ 'ਚ ਹੀ ਮਿਲ ਜੁਲ ਕੇ ਗੁਜ਼ਾਰਾ ਕਰ ਲਿਆ ਕਰਦੇ ਸੀ। ਉਹ ਆਪਣੇ ਅਨਾਜ, ਸਬਜ਼ੀਆਂ, ਫਲ ਆਦਿ ਆਪਣੇ ਖੇਤਾਂ ਵਿੱਚ ਉਗਾ ਲੈਂਦੇ ਸਨ। ਉਦਾਹਰਨ ਦੇ ਤੌਰ 'ਤੇ ਪਸ਼ੂ ਪਾਲਣ ਨਾਲ ਦੁੱਧ ਤੋਂ ਦਹੀਂ, ਲੱਸੀ, ਮੱਖਣ, ਘਿਓ ਆਦਿ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਗੋਬਰ ਨਾਲ ਪਾਥੀਆਂ, ਜੋ ਕਿ ਬਾਲਣ ਦੇ ਰੂਪ ਵਿੱਚ ਕੰਮ ਆ ਜਾਂਦੀਆਂ ਸਨ, ਅਤੇ ਰੂੜੀ, ਜਿਸ ਨਾਲ ਕਿ ਖਾਦ ਬਣ ਜਾਂਦੀ ਸੀ, ਇਸ ਤਰ੍ਹਾਂ ਕੰਮ ਲਿਆ ਜਾਂਦਾ ਸੀ। ਆਪਾਂ ਨੂੰ ਤਸਵੀਰਾਂ ਵਿੱਚ ਵੀ ਇਹ ਦਿਖਾਇਆ ਗਿਆ ਹੈ। ਕਿਸਾਨਾਂ ਤੋਂ ਇਲਾਵਾ ਹਰੇਕ ਪਿੰਡ ਵਿੱਚ ਘੁਮਿਆਰ, ਜੋ ਕਿ ਮਿੱਟੀ ਦੇ ਭਾਂਡੇ ਬਣਾਉਂਦੇ ਸਨ, ਜੁਲਾਹੇ, ਕੱਪੜਾ ਅਤੇ ਦਰੀਆਂ ਬੁਣਨ ਵਾਲੇ ਲੋਕ, ਜਿਨ੍ਹਾਂ ਤੋਂ ਸਾਡੀ ਕੱਪੜੇ ਦੀ ਲੋੜ ਪੂਰੀ ਹੁੰਦੀ ਸੀ, ਮੋਚੀ, ਚਮੜੇ ਦਾ ਕੰਮ ਕਰਨ ਵਾਲੇ, ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ, ਤਰਖਾਣ, ਲੱਕੜ ਦਾ ਕੰਮ ਕਰਨ ਵਾਲੇ, ਲੁਹਾਰ, ਲੋਹੇ ਦਾ ਕੰਮ ਕਰਨ ਵਾਲੇ, ਜਿੰਨੇ ਵੀ ਖੇਤੀ ਨਾਲ ਸੰਬੰਧਿਤ ਔਜ਼ਾਰ ਜਾਂ ਸੰਦ ਵਗੈਰਾ ਹੁੰਦੇ ਸਨ, ਹਲ, ਪੰਜਾਲੀ ਵਗੈਰਾ, ਸਾਰੇ ਲੁਹਾਰਾਂ ਕੰਮ ਵਿੱਚ ਆਉਂਦੇ ਸੀ ਅਤੇ ਇਹ ਉਹਨਾਂ ਨੂੰ ਬਹੁਤ ਮਦਦ ਕਰਦੇ ਸੀ। ਜਿਵੇਂ ਹਲਟ ਵੀ ਲੱਗਦਾ ਸੀ ਤਾਂ ਉਹ ਵੀ ਲੁਹਾਰ ਦੀ ਮਦਦ ਨਾਲ ਹੀ ਲਗਾਇਆ ਜਾ ਸਕਦਾ ਸੀ। ਇੱਦਾਂ ਹੀ ਖੇਤੀਬਾੜੀ ਵਿੱਚ ਸਹਾਇਤਾ ਕਰਨ ਲਈ ਭੰਗੀ, ਪਿੰਡ ਵਿੱਚ ਹੋਰ ਕੰਮ ਜਿਵੇਂ ਬਾਲ ਕੱਟਣ ਲਈ ਨਾਈ, ਕੱਪੜੇ ਧੋਣ ਲਈ ਧੋਬੀ ਆਦਿ ਹੁੰਦੇ ਸਨ। ਇਹ ਲੋਕ ਆਪਣੇ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਸਨ। ਸੋ ਕਹਿਣ ਦਾ ਭਾਵ ਇਹੀ ਹੈ ਕਿ ਇਹ ਸਾਰੇ ਤਰ੍ਹਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਸੀ, ਜਿਹੜੇ ਕਿ ਵੱਖ-ਵੱਖ ਕੰਮ ਧੰਦਿਆਂ ਵਿੱਚ ਲੱਗੇ ਹੋਏ ਸੀ ਅਤੇ ਇਹ ਕੰਮ ਧੰਦੇ ਇੱਕ ਦੂਜੇ ਲਈ ਜ਼ਰੂਰੀ ਵੀ ਸੀ। ਇਸ ਤਰ੍ਹਾਂ ਇੱਕ ਦੂਜੇ ਨੂੰ ਆਪਣੀਆਂ ਸੇਵਾਵਾਂ ਦੇ ਕੇ ਉਸ ਤੋਂ ਬਦਲੇ ਵਿੱਚ ਉਹਦੀ ਉਪਜ ਲੈ ਲਿਆ ਕਰਦਾ ਸੀ, ਜਾਂ ਉਹਦੇ ਕੋਲੋਂ ਆਪਣਾ ਕੰਮ ਜ਼ਰੂਰਤਾਂ ਅਨੁਸਾਰ ਪੂਰਾ ਕਰ ਲਿਆ ਕਰਦਾ ਸੀ। ਪਰੰਤੂ ਭਾਰਤ ਵਿੱਚ ਅੰਗਰੇਜ਼ੀ ਰਾਜ ਆਉਣ ਨਾਲ ਪਿੰਡਾਂ ਦੇ ਲੋਕਾਂ ਦੀ ਆਪਸੀ ਸਾਂਝ ਘੱਟ ਗਈ। ਬੱਚਿਓ, ਸਮਾਂ ਬਦਲਿਆ, ਅੰਗਰੇਜ਼ ਸਾਡੇ ਦੇਸ਼ ਵਿੱਚ ਆਏ। ਉਹਨਾਂ ਨੇ ਸਾਡੇ ਸੋਚਣ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਕਾਮਯਾਬੀ ਰਹੇ। ਹੁਣ ਪਿੰਡ ਦੇ ਲੋਕਾਂ 'ਚ ਆਪਸੀ ਸਾਂਝ ਘੱਟ ਗਈ। ਉਹਨਾਂ ਦੀਆਂ ਲੋੜਾਂ ਇੱਕ ਦੂਜੇ ਤੋਂ ਪੂਰੀਆਂ ਹੋਣੋਂ ਹਟ ਗਈਆਂ। ਕਿਉਂ ਹਟ ਗਈਆਂ, ਇਸ 'ਤੇ ਆਪਾਂ ਵਿਚਾਰ ਕਰਾਂਗੇ। ਅੰਗਰੇਜ਼ਾਂ ਦੁਆਰਾ ਲਾਗੂ ਕੀਤੀ ਗਈ ਭੂਮੀ ਲਗਾਨ ਪ੍ਰਣਾਲੀ ਅਨੁਸਾਰ ਕਿਸਾਨਾਂ ਨੂੰ ਲਗਾਨ ਦੇ ਤੌਰ 'ਤੇ ਨਿਸ਼ਚਿਤ ਰਕਮ ਸਮੇਂ ਸਿਰ ਸਰਕਾਰ ਨੂੰ ਅਦਾ ਕਰਨੀ ਹੀ ਪੈਂਦੀ ਸੀ। ਭਾਵ ਕਿ ਲਗਾਨ ਦੀ ਰਕਮ ਸਰਕਾਰ ਨੂੰ ਸਾਨੂੰ ਚੁਕਾਉਣੀ ਹੀ ਪੈਂਦੀ ਸੀ। ਇਸ ਕਰਕੇ ਲੋਕਾਂ ਦਾ ਨਜ਼ਰੀਆ ਵੀ ਬਦਲਿਆ। ਉਹ ਇੱਕ ਦੂਜੇ ਤੋਂ ਲੋੜਾਂ ਨੂੰ ਛੱਡ ਕੇ ਹੁਣ ਲਗਾਨ ਦੀ ਰਕਮ ਦੀ ਪੂਰਤੀ ਨੂੰ ਅਦਾ ਕਰਨ ਦੇ ਲਈ ਕੰਮ ਕਰਨ ਲੱਗੇ। ਇਸ ਲਈ ਕਿਸਾਨ ਹੁਣ ਆਪਣੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਹੀਂ, ਸਗੋਂ ਮੰਡੀ ਵਿੱਚ ਵੇਚਣ ਲਈ ਅਨਾਜ ਪੈਦਾ ਕਰਦਾ ਸੀ। ਇਸ ਲਈ ਸੋਚ ਬਦਲੀ। ਹੁਣ ਕਿਸਾਨਾਂ ਦਾ ਉਦੇਸ਼ ਫਸਲਾਂ ਤੋਂ ਵੱਧ ਲਾਭ ਕਮਾਉਣਾ ਸੀ, ਤਾਂ ਕਿ ਉਹ ਸਰਕਾਰ ਨੂੰ ਸਮੇਂ ਸਿਰ ਨਿਸ਼ਚਿਤ ਲਗਾਨ ਦੇ ਸਕਣ ਅਤੇ ਸ਼ਾਹੂਕਾਰਾਂ ਤੋਂ ਲਿਆ ਕਰਜ਼ਾ ਵੀ ਮੋੜਿਆ ਜਾ ਸਕੇ। ਦੋ ਤਰ੍ਹਾਂ ਦੀ ਚੱਕੀ ਵਿੱਚ ਕਿਸਾਨ ਪਿਸ ਰਿਹਾ ਸੀ। ਸਰਕਾਰ ਨੂੰ ਵੀ ਭੂਮੀ ਲਗਾਨ ਦੇਣਾ ਪੈਂਦਾ ਸੀ ਅਤੇ ਜੋ ਸ਼ਾਹੂਕਾਰ ਤੋਂ ਕਰਜ਼ਾ ਲਿਆ ਸੀ ਉਹ ਮੋੜਨ ਵਾਸਤੇ ਵੀ ਵੱਧ ਮਿਹਨਤ ਕਰਨੀ ਪੈਂਦੀ ਸੀ। ਇਸ ਤਰ੍ਹਾਂ ਪਿੰਡਾਂ ਵਿੱਚ ਕ੍ਰਿਸ਼ੀ ਵਣਜੀਕਰਨ ਜਾਂ ਖੇਤੀਬਾੜੀ ਦਾ ਵਪਾਰੀਕਰਨ ਹੋ ਗਿਆ। ਭਾਵ ਕਿ ਹੁਣ ਫਸਲ ਅਸੀਂ ਲਾਭ ਲਈ ਕਮਾਉਣੀ ਹੈ, ਜਿਸ ਨਾਲ ਕਿ ਸਾਨੂੰ ਵੱਧ ਤੋਂ ਵੱਧ ਲਾਭ ਹੋ ਸਕੇ। ਹੁਣ ਆਪਣੇ ਖੇਤਾਂ ਵਿੱਚ ਆਮ ਲੋੜਾਂ ਦੀਆਂ ਚੀਜ਼ਾਂ ਨਹੀਂ ਬੀਜਦੇ ਸਨ, ਸਗੋਂ ਕਪਾਹ, ਕਣਕ, ਹੋਰ ਵਪਾਰਕ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਸੀ। ਜਿਵੇਂ ਆਪਾਂ ਨੂੰ ਇਸ ਤਸਵੀਰ ਵਿੱਚ ਵੀ ਦਿਖਾਇਆ ਗਿਆ। ਖੇਤੀ ਪਹਿਲਾਂ ਵੀ ਅਸੀਂ ਇਹ ਕਰਦੇ ਸੀ। ਪਹਿਲਾਂ ਖੇਤੀ ਅਸੀਂ ਆਪਣੇ ਜੀਵਨ ਨਿਰਵਾਹ ਲਈ ਕਰਦੇ ਸੀ। ਜਿੰਨੀ ਕੁ ਸਾਨੂੰ ਲੋੜ ਹੁੰਦੀ ਸੀ ਅਸੀਂ ਇੱਕ ਦੂਜੇ ਦੀ ਸਹਾਇਤਾ ਨਾਲ ਉਹ ਲੋੜ ਨੂੰ ਪੂਰੀਆਂ ਕਰ ਲੈਂਦੇ ਸੀ। ਪਰ ਅੰਗਰੇਜ਼ਾਂ ਨੇ ਇਸ ਦੀ ਵੱਧ ਡਿਮਾਂਡ ਕੀਤੀ ਕਿ ਇਹ ਫਸਲਾਂ ਉਗਾਓ ਅਤੇ ਸਾਨੂੰ ਇਸ ਵੇਚੋ ਅਤੇ ਸਾਡੇ ਤੋਂ ਇਸ ਦੀ ਕੀਮਤ
ਵਸੂਲ ਕਰੋ ਤੇ ਉਹੀ ਕੀਮਤ ਫਿਰ ਲਗਾਨ ਦੇ ਵਿੱਚ ਉਹ ਦੁਬਾਰਾ ਕਿਸਾਨਾਂ ਤੋਂ ਵਾਪਸ ਲੈ ਲਈ ਜਾਂਦੀ ਸੀ। ਹੁਣ ਆਪਾਂ ਨੂੰ ਫਿਰ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਤੇਲਾਂ ਦੇ ਬੀਜ, ਗੰਨਾ ਅਤੇ ਪਟਸਨ ਬੀਜਣ ਲੱਗ ਪਏ ਲੋਕ, ਕਿਉਂਕਿ ਇਹਨਾਂ ਦੀ ਮੰਡੀਆਂ ਵਿੱਚ ਬਹੁਤ ਮੰਗ ਸੀ। ਫਸਲਾਂ ਦੀ ਮੰਗ ਵੱਧ ਗਈ, ਮੰਡੀਆਂ ਪੈਦਾ ਕਰ ਦਿੱਤੀਆਂ ਗਈਆਂ ਜਿੱਥੇ ਕਿਸਾਨ ਆਸਾਨੀ ਨਾਲ ਇਹ ਫਸਲ ਵੇਚ ਸਕਦਾ ਸੀ। ਕਾਰਨ ਕੀ ਸੀਗਾ ਕਿ ਅਸੀਂ ਲਗਾਨ ਅਦਾ ਕਰਨਾ ਹੁੰਦਾ ਸੀ ਤੇ ਇਸ ਕਰਕੇ ਫਸਲ ਵੀ ਉਹਨਾਂ ਦੇ ਮਨ ਚਾਹੀ ਸਾਨੂੰ ਬੀਜਣੀ ਪੈਂਦੀ ਸੀ, ਉਹ ਚਾਹੇ ਸਾਡੇ ਲਈ ਲੋੜ ਤੋਂ ਵੱਧ ਹੋਵੇ ਜਾਂ ਘੱਟ ਹੋਵੇ, ਅੰਗਰੇਜ਼ਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਇਹਨਾਂ ਫਸਲਾਂ ਨੂੰ ਵੇਚਣ ਨਾਲ ਕਿਸਾਨਾਂ ਨੂੰ ਵੱਧ ਆਮਦਨ ਹੋਣ ਲੱਗ ਪਈ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਉੱਥੇ ਸਥਾਪਿਤ ਕੀਤੇ ਕਾਰਖਾਨਿਆਂ ਲਈ ਕੱਚੇ ਮਾਲ ਦੀ ਬਹੁਤ ਲੋੜ ਸੀ। ਉਹਨਾਂ ਕਾਰਖਾਨਿਆਂ ਨੂੰ ਚਲਾਉਣ ਲਈ ਕੱਚੇ ਮਾਲ ਦੀ ਜ਼ਰੂਰਤ ਸੀ। ਇਸੇ ਕਰਕੇ ਅੰਗਰੇਜ਼ੀ ਸਰਕਾਰ ਨੇ ਖੇਤੀਬਾੜੀ ਭਾਵ ਕ੍ਰਿਸ਼ੀ ਦਾ ਵਣਜੀਕਰਨ ਖਾਨਦੇਸ਼, ਉੱਤਰੀ ਪੱਛਮੀ ਮਹਾਰਾਸ਼ਟਰ ਦਾ ਕੁਝ ਇਲਾਕਾ ਅਤੇ ਬਰਾਰ ਮੱਧ ਪ੍ਰਦੇਸ਼ ਖੇਤਰ ਵਿੱਚ ਕੁਝ ਖੇਤਰਾਂ ਵਿੱਚ ਇਹਦਾ ਸਭ ਤੋਂ ਵੱਧ ਵਿਸਥਾਰ ਹੋਇਆ। ਇਹ ਸਭ ਤੋਂ ਵੱਧ ਕ੍ਰਿਸ਼ੀ ਵਣਜੀਕਰਨ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਆਓ ਬੱਚਿਓ ਹੁਣ ਆਪਾਂ ਕ੍ਰਿਸ਼ੀ ਵਣਜੀਕਰਨ ਦੇ ਪ੍ਰਭਾਵਾਂ ਨੂੰ ਜਾਣੀਏ। ਪਿਆਰੇ ਵਿਦਿਆਰਥੀਓ, ਅੰਗਰੇਜ਼ਾਂ ਦੁਆਰਾ ਲਾਗੂ ਕੀਤੀ ਗਈ ਕ੍ਰਿਸ਼ੀ ਵਣਜੀਕਰਨ ਦੇ ਲਾਭ ਅਤੇ ਹਾਨੀਆਂ ਦਾ ਜ਼ਿਕਰ ਆਪਾਂ ਇੱਥੇ ਕਰ ਰਹੇ ਹਾਂ। ਆਓ ਆਪਾਂ ਪਹਿਲਾਂ ਇਸ ਦੇ ਲਾਭ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਕ੍ਰਿਸ਼ੀ ਵਣਜੀਕਰਨ ਦੇ ਕਾਰਨ ਕਈ ਕਿਸਮ ਦੀਆਂ ਫਸਲਾਂ ਉਗਾਈਆਂ ਜਾ ਸਕੀਆਂ ਅਤੇ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਤੇ ਸਾਡਾ ਝਾੜ ਵੀ ਫਸਲਾਂ ਦਾ ਵਧਿਆ। ਸਿੱਟੇ ਵਜੋਂ ਆਵਾਜਾਈ ਦੇ ਸਾਧਨ ਵਿਕਸਿਤ ਹੋਏ, ਜਿਸ ਕਰਕੇ ਕਿਸਾਨਾਂ ਲਈ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਜਾਣਾ ਆਸਾਨ ਹੋ ਗਿਆ, ਕਿਉਂਕਿ ਫਸਲਾਂ ਦੀ ਪੈਦਾਵਾਰ ਵੱਧ ਗਈ ਸੀ। ਜਿੰਨੀ ਜ਼ਰੂਰਤ ਸੀ ਉਸ ਤੋਂ ਵੱਧ ਸਾਡੇ ਕੋਲ ਫਸਲ ਸੀ, ਇਸ ਲਈ ਉਹਨਾਂ ਫਸਲਾਂ ਨੂੰ ਵੇਚਣ ਲਈ ਹੁਣ ਸ਼ਹਿਰਾਂ ਵਿੱਚ ਮੰਡੀਆਂ ਵਿੱਚ ਜਾਣਾ ਪੈਂਦਾ ਸੀ ਤੇ ਇਸ ਦੇ ਨਾਲ ਆਵਾਜਾਈ ਦੇ ਸਾਧਨ ਵੀ ਵਧੇ, ਜਿਨ੍ਹਾਂ ਕਰਕੇ ਕਿ ਅਸੀਂ ਆਪਣੀ ਫਸਲ ਨੂੰ ਮੰਡੀਆਂ ਤੱਕ ਲਿਜਾ ਸਕੀਏ। ਜਦੋਂ ਕਿਸਾਨ ਸ਼ਹਿਰ ਆਪਣੀ ਫਸਲ ਵੇਚਣ ਜਾਂਦਾ ਸੀ ਤਾਂ ਵਾਪਸ ਮੁੜਦਾ ਹੋਇਆ ਉਹ ਸ਼ਹਿਰਾਂ ਤੋਂ ਕੱਪੜੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਸਤੇ ਮੁੱਲ 'ਤੇ ਖਰੀਦ ਕੇ ਲਿਆ ਸਕਦੇ ਸਨ। ਸੋ ਇਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਹੋਰ ਚੀਜ਼ਾਂ ਵੀ ਮਿਲ ਜਾਂਦੀਆਂ ਸੀ ਅਤੇ ਉਹਦੀ ਮੰਡੀ ਵਿੱਚ ਫਸਲ ਵੇਚ ਕੇ ਉਹਨਾਂ ਦੀ ਖਰੀਦ ਆਸਾਨੀ ਨਾਲ ਕਰ ਲਈ ਜਾਂਦੀ ਸੀ। ਕਿਸਾਨਾਂ ਦਾ ਸ਼ਹਿਰਾਂ ਨਾਲ ਸੰਪਰਕ ਹੋ ਜਾਣ ਨਾਲ ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ, ਉਹਨਾਂ ਦਾ ਸੋਚਣ ਦਾ ਢੰਗ ਵੀ ਵੱਡਾ ਹੋ ਗਿਆ, ਜਿਸ ਕਰਕੇ ਕਿਸਾਨ ਹੁਣ ਹੋਰ ਚੀਜ਼ਾਂ ਦੀ ਵੀ ਮੰਗ ਰੱਖਣ ਲੱਗ ਪਿਆ। ਘਰ ਦੇ ਵਿੱਚ ਜਿੱਥੇ ਬਿਲਕੁਲ ਸੀਮਿਤ ਲੋੜਾਂ ਸੀ, ਉੱਥੋਂ ਹੁਣ ਜਦੋਂ ਉਦਯੋਗਾਂ ਦਾ ਬਣਿਆ ਹੋਇਆ ਸਮਾਨ ਅਸੀਂ ਦੇਖਦੇ ਸੀ ਤਾਂ ਉਹ ਘਰ ਦੇ ਬਣੇ ਹੋਏ ਸਮਾਨ ਨਾਲੋਂ ਕਾਫੀ ਜ਼ਿਆਦਾ ਵਧੀਆ ਹੁੰਦਾ ਸੀ। ਇਸ ਕਰਕੇ ਹੌਲੀ ਹੌਲੀ ਕਿਸਾਨਾਂ ਦੇ ਵਿੱਚ ਖੇਤੀ ਦਾ ਵਪਾਰੀਕਰਨ ਵਧਣ ਲੱਗਾ, ਕਿਉਂਕਿ ਉਹਨਾਂ ਦੀਆਂ ਹੁਣ ਲੋੜਾਂ ਵੀ ਵੱਧ ਰਹੀਆਂ ਸਨ, ਜਿਸ ਦੇ ਸਿੱਟੇ ਵਜੋਂ ਕਿਸਾਨਾਂ ਵਿੱਚ ਹੌਲੀ ਹੌਲੀ ਰਾਸ਼ਟਰੀ ਜਾਗ੍ਰਿਤੀ ਉਤਪੰਨ ਹੋਣੀ ਸ਼ੁਰੂ ਹੋ ਗਈ। ਜਿੱਥੇ ਕਿਸਾਨ ਸਿਰਫ ਆਪਣੇ ਪਿੰਡ ਤੱਕ ਸੀਮਿਤ ਸੀਗੇ, ਜਿੱਥੇ ਕਿਸਾਨ ਸਿਰਫ ਆਪਣੇ ਸਮਾਜ ਵਿੱਚ ਆਪਣੇ ਭਾਈਚਾਰੇ ਵਿੱਚ ਹੀ ਵਿਚਰਦਾ ਸੀ, ਉਸ ਤੋਂ ਬਾਅਦ ਦੀ ਦੁਨੀਆ ਦਾ ਉਸ ਨੂੰ ਕੋਈ ਇਲਮ ਨਹੀਂ ਸੀ। ਪਰ ਅੰਗਰੇਜ਼ਾਂ ਦੇ ਆਉਣ ਕਰਕੇ, ਖੇਤੀਬਾੜੀ ਦਾ ਵਪਾਰੀਕਰਨ ਹੋਣ ਕਰਕੇ, ਮੰਡੀਆਂ ਬਣਨ ਕਰਕੇ, ਆਵਾਜਾਈ ਦੇ ਸਾਧਨ ਵਿਕਸਿਤ ਹੋਣ ਕਰਕੇ, ਸ਼ਹਿਰਾਂ ਵਿੱਚੋਂ ਲੋੜੀਂਦਾ ਸਮਾਨ ਆਸਾਨੀ ਨਾਲ ਮਿਲਣ ਕਰਕੇ ਹੌਲੀ ਹੌਲੀ ਕਿਸਾਨਾਂ ਵਿੱਚ ਵੀ ਜਾਗ੍ਰਿਤੀ ਆਉਣੀ ਸ਼ੁਰੂ ਹੋ ਗਈ, ਉਹਨਾਂ ਦੀ ਸੋਚ ਬਦਲਣੀ ਸ਼ੁਰੂ ਹੋ ਗਈ, ਜਿਸ ਕਰਕੇ ਉਹ ਖੇਤੀ ਵਿੱਚ ਹੋਰ ਵੱਧ ਦਿਲਚਸਪੀ ਰੱਖਣ ਲੱਗੇ ਅਤੇ ਖੇਤੀ ਨੂੰ ਉੱਨਤ ਬਣਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਢੰਗ ਅਪਣਾਉਣ ਲੱਗੇ ਅਤੇ ਪੂਰੇ ਜੀ ਜਾਨ ਨਾਲ ਖੇਤੀ ਵਿੱਚ ਆਪਣੇ ਆਪ ਨੂੰ ਸਮਰਪਣ ਕਰਨ ਲੱਗੇ, ਜਿਸ ਕਰਕੇ ਕਿ ਉਹ ਆਪਣਾ ਵੀ ਸੁਧਾਰ ਕਰ ਸਕਣ ਅਤੇ ਭੂਮੀ ਲਗਾਨ ਵੀ ਅਦਾ ਕਰ ਸਕਣ। ਪਰ ਹੋਇਆ ਇਹੀ ਕਿ ਕਿਸਾਨ ਕਰ ਤਾਂ ਅਦਾ ਕਰ ਰਹੇ ਸੀ, ਪਰ ਉਹਨਾਂ ਦੇ ਜੀਵਨ ਵਿੱਚ ਸੁਧਾਰ ਬਹੁਤ ਘੱਟ ਆ ਰਿਹਾ ਸੀ। ਸੋ ਆਓ ਬੱਚਿਓ, ਇਸ ਵਪਾਰੀਕਰਨ ਦਾ ਆਪਾਂ ਨੁਕਸਾਨ ਦੇਖੀਏ। ਸਾਨੂੰ ਕੀ ਹੋਇਆ?
ਇਹਦੀਆਂ ਹਾਨੀਆਂ ਸਾਡੇ ਕੋਲੇ ਕੀ ਰਹੀਆਂ। ਕਿਸਾਨਾਂ ਨੂੰ ਜਿੱਥੇ ਕ੍ਰਿਸ਼ੀ ਵਣਜੀਕਰਨ ਦਾ ਲਾਭ ਹੋਇਆ, ਉੱਥੇ ਇਸ ਦੀਆਂ ਹਾਨੀਆਂ ਵੀ ਬਹੁਤ ਹੋਈਆਂ। ਭਾਰਤੀ ਕਿਸਾਨ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਸਨ ਅਤੇ ਮੰਡੀਆਂ ਵਿੱਚ ਉਹਨਾਂ ਦੀ ਫਸਲ ਦਾ ਮੁਕਾਬਲਾ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਆਦਿ ਦੀਆਂ ਫਸਲਾਂ ਨਾਲ ਹੁੰਦਾ ਸੀ। ਸਾਡੇ ਕੋਲੇ ਪਛੜੀ ਹੋਈ ਖੇਤੀ ਸੀ। ਸਾਡੇ ਕੋਲ ਪੁਰਾਣੇ ਢੰਗ ਖੇਤੀ ਕਰਨ ਦੇ ਸਨ, ਜਿਸ ਕਰਕੇ ਅਸੀਂ ਮੰਡੀਆਂ ਵਿੱਚ ਵੀ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਦੀਆਂ ਫਸਲਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਸੀ। ਕਾਰਨ ਇਹ ਸੀ ਕਿ ਉਹ ਮਸ਼ੀਨਾਂ ਦੇ ਨਾਲ ਉਗਾਈਆਂ ਜਾਂਦੀਆਂ ਸਨ ਅਤੇ ਪੁਰਾਣੇ ਢੰਗਾਂ ਦੀ ਖੇਤੀ ਕਰਕੇ ਭਾਰਤੀ ਕਿਸਾਨਾਂ ਨੂੰ ਜ਼ਿਆਦਾ ਲਾਭ ਨਹੀਂ ਹੋ ਸਕਦਾ ਸੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਆੜ੍ਹਤੀਏ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ। ਆੜ੍ਹਤੀਆ ਹੁੰਦਾ ਹੈ ਵਿਚੋਲਾ ਕਿਸਾਨਾਂ ਅਤੇ ਸਰਕਾਰ ਦੇ ਵਿੱਚ। ਜਦੋਂ ਕਿਸਾਨ ਫਸਲ ਲੈ ਕੇ ਮੰਡੀ 'ਚ ਜਾਂਦਾ ਸੀ ਤਾਂ ਸਰਕਾਰ ਸਿੱਧੀ ਉਸ ਤੋਂ ਖਰੀਦ ਨਹੀਂ ਕਰਦੀ ਸੀ, ਆੜ੍ਹਤੀਏ ਦੇ ਰਾਹੀਂ ਫਸਲ ਨੂੰ ਖਰੀਦਦੀ ਸੀ ਜਾਂ ਕਿਸਾਨ ਨੂੰ ਆਪਣੀ ਫਸਲ ਆੜ੍ਹਤੀਏ ਰਾਹੀਂ ਵੇਚਣੀ ਪੈਂਦੀ ਸੀ ਅਤੇ ਆੜ੍ਹਤੀਏ ਜ਼ਿਆਦਾ ਮੁਨਾਫਾ ਆਪ ਲੈ ਜਾਂਦੇ ਸੀ। ਹੁਣ ਵਿਚੋਲੇ ਨੇ ਵੱਧ ਮੁਨਾਫਾ ਲੈ ਜਾਣਾ ਅਤੇ ਕਿਸਾਨ ਨੂੰ ਉਸ ਦੀ ਫਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ ਸੀ। ਸੋ ਇਸ ਢੰਗ ਦੇ ਨਾਲ ਆਪਾਂ ਵਿਚਾਰ ਕਰੀਏ ਕਿ ਠੀਕ ਹੈ, ਅੰਗਰੇਜ਼ਾਂ ਨੇ ਖੇਤੀਬਾੜੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਸੁਧਾਰ ਆਪਣੇ ਲਾਭ ਲਈ ਲਿਆਂਦਾ ਕਿ ਉਸ ਨੂੰ ਦੋ ਤਰ੍ਹਾਂ ਦਾ ਲਾਭ ਹੋ ਸਕੇ। ਇੱਕ ਤਾਂ ਭੂਮੀ ਤੋਂ ਲਗਾਨ ਵੀ ਇਕੱਠਾ ਕੀਤਾ ਜਾ ਸਕੇ, ਦੂਜਾ ਫਸਲਾਂ ਉਹ ਉਗਾਈਆਂ ਜਾਣ ਜਿਨ੍ਹਾਂ ਦਾ ਉਹਨਾਂ ਨੂੰ ਲਾਭ ਹੋ ਸਕੇ। ਉਹਨਾਂ ਦੇ ਇੰਗਲੈਂਡ ਵਿੱਚ ਚੱਲਦੇ ਉਦਯੋਗ ਲਈ ਇੱਥੋਂ ਕੱਚਾ ਮਾਲ ਤਿਆਰ ਹੋ ਸਕੇ। ਸੋ ਇਸ ਲਈ ਬੱਚਿਓ, ਆਪਾਂ ਨੇ ਇੱਥੇ ਇਹੀ ਵਿਚਾਰਿਆ ਕਿ ਸ਼ੁਰੂ ਵਿੱਚ ਜਿੱਥੇ ਉਹਨੇ ਭੂਮੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਲਿਆਂਦੇ, ਜਿਸ ਵਿੱਚ ਇਜਾਰੇਦਾਰੀ ਸੀ ਜਗੀਰਦਾਰਾਂ ਰਾਹੀਂ, ਫਿਰ ਉਸ ਨੂੰ ਥੋੜ੍ਹਾ ਸੁਧਾਰਿਆ, ਸਥਾਈ ਬੰਦੋਬਸਤ ਰਾਹੀਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਲੁੱਟ ਫਿਰ ਕਿਸਾਨ ਦੀ ਹੀ ਰਹੀ, ਜ਼ਮੀਂਦਾਰਾਂ ਥਰੂ। ਰਈਅਤਵਾੜੀ ਪ੍ਰਬੰਧ ਲਿਆਂਦਾ, ਉਹਨੂੰ ਕੋਸ਼ਿਸ਼ ਕੀਤੀ ਗਈ ਕਿ ਕਿਸਾਨਾਂ ਨੂੰ ਸਿੱਧੇ ਮਾਲਕ ਬਣਾ ਦਈਏ, ਪਰ ਫਿਰ ਵੀ ਕਿਸਾਨ ਲੁੱਟ ਦਾ ਹੀ ਸ਼ਿਕਾਰ ਹੁੰਦੇ ਰਹੇ ਅਤੇ ਕਿਸਾਨਾਂ ਦੀ ਹਾਲਤ ਵਿੱਚ ਕੋਈ ਬਦਲਾਵ ਨਹੀਂ ਆਇਆ। ਅਤੇ ਫਿਰ ਮਹਿਲਵਾੜੀ ਪ੍ਰਬੰਧ ਵਿੱਚ ਸਮੁੱਚੇ ਭਾਈਚਾਰੇ ਨੂੰ ਲਗਾਨ ਅਦਾ ਕਰਨਾ ਪੈਂਦਾ ਸੀ। ਇੱਥੇ ਫਿਰ ਲਗਾਨ ਦੀ ਰਕਮ ਬਹੁਤ ਵੱਡੀ ਹੋਣ ਕਰਕੇ ਸਾਰੇ ਭਾਈਚਾਰੇ ਨੂੰ ਉਸ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ, ਜਿਸ ਕਰਕੇ ਫਸਲਾਂ ਤਾਂ ਘੱਟ ਉੱਗਦੀਆਂ ਹੀ ਸਨ, ਆਪਣੇ ਗੁਜ਼ਾਰੇ ਜੋਗੀ ਫਸਲ ਉਗਾਉਣੀ ਵੀ ਔਖੀ ਹੋ ਗਈ। ਉਲਟਾ ਕਿਸਾਨਾਂ ਦੀਆਂ ਜੋ ਜ਼ਮੀਨਾਂ ਸਨ ਉਹ ਸ਼ਾਹੂਕਾਰਾਂ ਪਾਸ ਗਿਰਵੀ ਹੋਣੀਆਂ ਸ਼ੁਰੂ ਹੋ ਗਈਆਂ, ਜਿਸ ਨਾਲ ਕਿ ਉਹ ਆਪਣਾ ਕਰ ਅਦਾ ਕਰ ਰਹੇ ਸੀ। ਸੋ ਇਸ ਤੋਂ ਅੱਗੇ ਆਪਾਂ ਨੇ ਅੱਜ ਦੇ ਹਿੱਸੇ ਵਿੱਚ ਜੋ ਵਿਚਾਰਿਆ ਕਿ ਕ੍ਰਿਸ਼ੀ ਦਾ ਵਣਜੀਕਰਨ ਹੋਇਆ, ਕਿਸਾਨ ਆਪਣੇ ਭਾਈਚਾਰੇ ਦੀ ਅਤੇ ਆਪਣੇ ਲਗਾਨ ਨੂੰ ਅਦਾ ਕਰਨ ਲਈ ਖੇਤੀ ਕਰਦੇ ਸਨ, ਪਰ ਇਹ ਖੇਤੀ ਹੁਣ ਹੋਰ ਔਖੀ ਹੁੰਦੀ ਗਈ ਅਤੇ ਅਸੀਂ ਆਪਣੇ ਭਾਈਚਾਰੇ ਤੋਂ ਟੁੱਟ ਕੇ ਆਪਣੀਆਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਖੇਤੀ ਕਰਦਿਆਂ ਲਗਾਨ ਦਾ ਇੱਕ ਬਹੁਤ ਵੱਡਾ ਬੋਝ ਸਾਡੇ ਸਿਰ ਸੀ, ਜਿਸ ਨੂੰ ਅਦਾ ਕਰਨ ਦੀ ਫਿਕਰ ਸਾਨੂੰ 24 ਘੰਟੇ ਬਣੀ ਰਹਿੰਦੀ ਸੀ। ਪਰ ਇਸ ਦੇ ਉਲਟ ਖੇਤੀਬਾੜੀ ਦਾ ਜੋ ਧੰਦਾ ਹੈ ਇਹ ਪੂਰਾ ਕੁਦਰਤ 'ਤੇ ਨਿਰਭਰ ਹੈ। ਮੀਂਹ ਅੱਛਾ ਪੈ ਜਾਵੇ, ਫਸਲ ਅੱਛੀ ਹੋ ਜਾਂਦੀ ਹੈ। ਮੀਂਹ ਬਹੁਤ ਜ਼ਿਆਦਾ ਪੈ ਜਾਵੇ, ਹੜ੍ਹ ਨਾਲ ਫਸਲ ਮਰ ਜਾਂਦੀ ਹੈ, ਸੋਕੇ ਨਾਲ ਫਸਲ ਮਰ ਜਾਂਦੀ ਹੈ, ਜਾਂ ਹੋਰ ਤਰ੍ਹਾਂ ਦੀਆਂ ਕਈ ਕੁਦਰਤੀ ਆਫਤਾਂ ਕਰਕੇ ਵੀ ਫਸਲ ਦਾ ਖਰਾਬ ਹੋਣ ਦਾ ਡਰ ਉਹ ਵੱਖਰਾ ਬਣਿਆ ਰਹਿੰਦਾ ਸੀ। ਇਸ ਕਰਕੇ ਅੰਗਰੇਜ਼ਾਂ ਨੇ ਆਪਣੇ ਲਾਭ ਲਈ ਹੀ ਇਸ ਵਿੱਚ ਸੁਧਾਰ ਲਿਆਂਦਾ, ਭਾਵੇਂ ਕਿ ਉਹਨਾਂ ਨੇ ਨਵੇਂ ਢੰਗ ਦੀਆਂ ਫਸਲਾਂ ਉਗਾਉਣ ਦੇ ਲਈ ਕੋਸ਼ਿਸ਼ ਕੀਤੀ, ਜਿਵੇਂ ਕਪਾਹ ਦੀ ਫਸਲ ਨੂੰ ਵਧਾ ਦੇਣਾ, ਤੇਲ ਫਸਲਾਂ ਜਿਹੜੀਆਂ ਜਿਨ੍ਹਾਂ ਤੋਂ ਅਸੀਂ ਸਰੋਂ, ਹੋਰ ਇੱਦਾਂ ਦੇ ਸੂਰਜਮੁਖੀ ਆਦਿ ਫਸਲਾਂ ਨੂੰ ਉਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਿ ਉਸਦੇ ਆਪਣੇ ਉਦਯੋਗ ਚੱਲਦੇ ਰਹਿਣ। ਸੋ ਇਸ ਢੰਗ ਦੇ ਨਾਲ ਇਸ ਵਣਜੀਕਰਨ ਦਾ ਵੀ ਸਾਨੂੰ ਲਾਭ ਵੀ ਹੋਇਆ ਅਤੇ ਸਾਨੂੰ ਹਾਨੀਆਂ ਵੀ ਹੋਈਆਂ। ਲਾਭ ਇਹ ਹੋਇਆ ਕਿ ਅਸੀਂ ਸ਼ਹਿਰਾਂ ਨਾਲ ਜੁੜ ਗਏ, ਆਵਾਜਾਈ ਦੇ ਸਾਧਨ ਵੱਧ ਗਏ, ਸਾਡਾ ਸੋਚਣ ਦਾ
ਢੰਗ ਬਦਲਿਆ। ਹੁਣ ਸਾਡੇ ਕੋਲੇ ਹੋਰ ਵਸੀਲਿਆਂ ਤੋਂ ਇਨਕਮ ਆਮਦਨ ਕਮਾਉਣ ਦੇ ਸਾਧਨ ਸਾਡੇ ਕੋਲੇ ਬਣ ਗਏ। ਫਸਲ ਮੰਡੀਆਂ ਵਿੱਚ ਵੇਚ ਸਕਣੀ ਅਤੇ ਆਪਣੀ ਫਸਲ ਤੋਂ ਵੱਧ ਲਾਭ ਕਮਾਉਣ ਦਾ ਇੱਕ ਢੰਗ ਤਰੀਕਾ ਬਣਿਆ। ਪਰ ਇਹਦਾ ਸਭ ਤੋਂ ਵੱਡਾ ਸਾਨੂੰ ਨੁਕਸਾਨ ਵੀ ਇਹ ਰਿਹਾ ਕਿ ਅਸੀਂ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਸੀ ਅਤੇ ਜੋ ਫਸਲਾਂ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਆਦਿ ਦੇਸ਼ਾਂ ਵਿੱਚ ਹੁੰਦੀਆਂ ਸੀ, ਜੋ ਕਿ ਮਸ਼ੀਨਾਂ ਰਾਹੀਂ ਉਗਾਈਆਂ ਜਾਂਦੀਆਂ ਸੀ, ਉਹ ਭਾਰਤੀ ਕਿਸਾਨਾਂ ਦੇ ਮੁਕਾਬਲੇ ਬਹੁਤ ਵੱਧ ਉਪਜ ਪੈਦਾ ਕਰਦੇ ਸੀ। ਸੋ ਇਸ ਢੰਗ ਦੇ ਨਾਲ ਆਪਾਂ ਵੇਖਦੇ ਹਾਂ ਕਿ ਇਹ ਜਿਹੜਾ ਕ੍ਰਿਸ਼ੀ ਵਣਜੀਕਰਨ ਹੈ ਉਸ ਦਾ ਸਾਨੂੰ ਲਾਭ ਵੀ ਹੋਇਆ ਅਤੇ ਸਾਨੂੰ ਹਾਨੀਆਂ ਵੀ ਹੋਈਆਂ। ਅਤੇ ਇਸ ਪੂਰੇ ਪਾਠ ਵਿੱਚ ਹੁਣ ਤੱਕ ਆਪਾਂ ਨੇ ਖੇਤੀ ਸੰਬੰਧੀ ਜਾਣਿਆ ਕਿ ਖੇਤੀ ਸੰਬੰਧੀ ਨੀਤੀਆਂ ਅੰਗਰੇਜ਼ਾਂ ਨੇ ਆਪਣੇ ਲਾਭ ਕਰਕੇ ਹੀ ਬਦਲੀਆਂ ਅਤੇ ਉਹਨਾਂ ਨੇ ਇੱਥੋਂ ਵੱਧ ਤੋਂ ਵੱਧ ਲਾਭ ਕਮਾਉਣ ਲਈ ਦੋਵੇਂ ਤਰ੍ਹਾਂ ਦਾ, ਕਿ ਅਸੀਂ ਆਰਥਿਕ ਤੌਰ 'ਤੇ ਵੀ ਪਛੜੇ ਰਹੀਏ ਅਤੇ ਅੰਗਰੇਜ਼ਾਂ ਨੂੰ ਇਸ ਦਾ ਲਾਭ ਵੀ ਵੱਧ ਹੁੰਦਾ ਰਹੇ ਅਤੇ ਉਹਨਾਂ ਦੇ ਉਦਯੋਗਾਂ ਨੂੰ ਕੱਚਾ ਮਾਲ ਵੀ ਜਾਂਦਾ ਰਹੇ ਅਤੇ ਉੱਥੋਂ ਦਾ ਬਣਿਆ ਹੋਇਆ ਮਾਲ ਉਹ ਸ਼ਹਿਰਾਂ ਵਿੱਚ ਇੱਥੇ ਲਿਆ ਕੇ, ਜਿੱਥੇ ਕਿਸਾਨ ਮੰਡੀਆਂ ਵਿੱਚ ਫਸਲ ਵੇਚਣ ਜਾਇਆ ਕਰਦੇ ਸਨ, ਉੱਥੋਂ ਆਲੇ ਦੁਆਲੇ ਬਾਜ਼ਾਰ ਵਿੱਚੋਂ ਉਹੀ ਇੰਗਲੈਂਡ ਦੇ ਕਾਰਖਾਨਿਆਂ ਤੋਂ ਤਿਆਰ ਕੀਤਾ ਹੋਇਆ ਮਾਲ ਵਿਕਣ ਲਈ ਆ ਜਾਂਦਾ ਸੀ ਅਤੇ ਇਸ ਤਰ੍ਹਾਂ ਉਹ ਜਿੰਨਾ ਧਨ ਕਮਾਉਂਦੇ ਸੀ, ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹੀ ਅੰਗਰੇਜ਼ੀ ਹਕੂਮਤ ਨੂੰ ਫਿਰ ਭਰਨ ਵਿੱਚ ਲੱਗੇ ਹੋਏ ਸੀ। ਸੋ ਹੁਣ ਤੱਕ ਆਪਾਂ ਨੇ ਇਹ ਵਿਚਾਰਿਆ ਕਿ ਇਹ ਖੇਤੀਬਾੜੀ ਦਾ ਢੰਗ ਤਰੀਕਾ ਸਾਨੂੰ ਕਿਵੇਂ ਦਾ ਦਿੱਤਾ ਗਿਆ ਅਤੇ ਅੰਗਰੇਜ਼ਾਂ ਦੇ ਆਉਣ ਨਾਲ ਇਹ ਕਿਵੇਂ ਬਦਲਦਾ ਗਿਆ। ਤੋ ਆਓ ਹੁਣ ਆਪਾਂ ਇਸ ਪਾਠ ਦੇ ਕੁਛ ਪ੍ਰਸ਼ਨ ਉੱਤਰਾਂ ਸੰਬੰਧੀ ਜਾਣ ਕੇ ਇਸ ਪਾਠ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੀਏ। ਪਹਿਲੇ ਭਾਗਾਂ ਦੀ ਤਰ੍ਹਾਂ ਹੁਣ ਵੀ ਸਾਡੇ ਕੋਲੇ ਸਭ ਤੋਂ ਪਹਿਲਾਂ ਹੈ ਬਹੁ ਵਿਕਲਪੀ ਪ੍ਰਸ਼ਨ। ਇਸ ਵਿੱਚ ਪਹਿਲਾ ਪ੍ਰਸ਼ਨ ਹੈ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਅਤੇ ਸਾਡੇ ਕੋਲੇ ਜਿਹੜੇ ਚੁਣਨ ਵਾਸਤੇ ਹਨ ਉਹ ਹੈ ਵਪਾਰ ਕਰਨਾ, ਪਸ਼ੂ ਪਾਲਣ, ਖੇਤੀਬਾੜੀ, ਉਪਰੋਕਤ ਸਾਰੇ। ਤਾਂ ਇਸ ਵਿੱਚ ਈੜੀ ਜੋ ਹੈ ਉਹ ਠੀਕ ਹੈ, ਖੇਤੀਬਾੜੀ। ਫਿਰ ਦੂਜਾ ਪ੍ਰਸ਼ਨ ਹੈ, ਕਿਸਾਨਾਂ ਤੋਂ ਇਲਾਵਾ ਪਿੰਡਾਂ ਵਿੱਚ ਰਹਿੰਦੇ ਸਨ ਕਿਹੜੇ ਲੋਕ? ਘੁਮਿਆਰ, ਤਰਖਾਣ, ਧੋਬੀ ਜਾਂ ਉਪਰੋਕਤ ਸਾਰੇ। ਤਾਂ ਇਹਨਾਂ ਵਿੱਚੋਂ ਜੋ ਸੱਸਾ ਹੈ ਉਹ ਸਹੀ ਉੱਤਰ ਹੈ, ਉਪਰੋਕਤ ਸਾਰੇ। ਕ੍ਰਿਸ਼ੀ ਵਣਜੀਕਰਨ ਨਾਲ ਕਿਸਾਨਾਂ ਦਾ ਫਸਲਾਂ ਪੈਦਾ ਕਰਨ ਦਾ ਮੁੱਖ ਉਦੇਸ਼ ਕੀ ਸੀ? ਲੋਕਾਂ ਦੀ ਭਲਾਈ ਕਰਨਾ, ਮੁਨਾਫਾ ਕਮਾਉਣਾ, ਕੰਮ ਕਰਨਾ ਜਾਂ ਇਹਨਾਂ 'ਚੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਐੜਾ ਹੈ, ਮੁਨਾਫਾ ਕਮਾਉਣਾ। ਫਿਰ 4 ਨੰਬਰ 'ਤੇ ਹੈ, ਕ੍ਰਿਸ਼ੀ ਵਣਜੀਕਰਨ ਦਾ ਸਭ ਤੋਂ ਵੱਧ ਖੇਤਰਾਂ ਵਿੱਚ ਹੋਇਆ। ਕ੍ਰਿਸ਼ੀ ਵਣਜੀਕਰਨ ਸਭ ਤੋਂ ਵੱਧ ਖੇਤਰਾਂ ਵਿੱਚ ਹੋਇਆ। ਪੰਜਾਬ, ਗੁਜਰਾਤ, ਬੰਗਾਲ, ਉਪਰੋਕਤ ਸਾਰੇ। ਤਾਂ ਇਹਦਾ ਉੱਤਰ ਹੈ ਉਪਰੋਕਤ ਸਾਰੇ, ਸੱਸਾ। ਹੁਣ ਸਾਡੇ ਕੋਲੇ ਹੈ ਖਾਲੀ ਥਾਵਾਂ ਭਰੋ। ਪਹਿਲਾਂ ਖੇਤੀਬਾੜੀ ਪਿੰਡ ਦੇ ਲੋਕਾਂ ਦੀਆਂ ਡੈਸ਼ ਪੂਰੀਆਂ ਕਰਨ ਲਈ ਕੀਤੀ ਜਾਂਦੀ ਸੀ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਖੇਤੀਬਾੜੀ ਪਿੰਡ ਦਿਆਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਂਦੀ ਸੀ। ਫਿਰ ਸਾਡੇ ਕੋਲੇ ਦੂਜੇ ਨੰਬਰ 'ਤੇ ਹੈ, ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਵੇਚਣ ਨਾਲ ਵੱਧ ਡੈਸ਼ ਹੋਣ ਲੱਗੀ। ਤਾਂ ਇੱਥੇ ਆਏਗਾ ਆਮਦਨ। ਫਿਰ 3 ਨੰਬਰ 'ਤੇ ਹੈ, ਉਦਯੋਗਿਕ ਕ੍ਰਾਂਤੀ ਡੈਸ਼ ਵਿੱਚ ਆਈ। ਤਾਂ ਇੱਥੇ ਅਸੀਂ ਦੇਸ਼ ਦਾ ਨਾਂ ਭਰਾਂਗੇ, ਇੰਗਲੈਂਡ ਵਿੱਚ ਆਈ। ਫਿਰ ਨੰਬਰ 4 'ਤੇ ਹੈ, ਕ੍ਰਿਸ਼ੀ ਵਣਜੀਕਰਨ ਨਾਲ ਕਈ ਕਿਸਮ ਦੀਆਂ ਡੈਸ਼ ਉਗਾਈਆਂ ਜਾ ਸਕਦੀਆਂ ਸਨ, ਫਸਲਾਂ। ਇਸ ਖਾਲੀ ਥਾਂ ਵਿੱਚ ਆਏਗਾ ਫਸਲਾਂ। 5 ਨੰਬਰ 'ਤੇ ਹੈ, ਵਣਜੀਕਰਨ ਨਾਲ ਕਿਸਾਨ ਨਵੇਂ ਢੰਗਾਂ ਨਾਲ ਖੇਤੀ ਕਰਨ ਲੱਗ ਪਏ। ਤਾਂ ਖਾਲੀ ਥਾਂ ਵਿੱਚ ਆਏਗਾ ਕਰਨ ਲੱਗ ਪਏ। ਇਸ ਤਰ੍ਹਾਂ ਬੱਚਿਓ ਹੁਣ ਸਾਡੇ ਕੋਲੇ ਹੇਠ ਲਿਖੇ ਪ੍ਰਸ਼ਨਾਂ ਦੇ ਆਪਾਂ ਨੇ ਉੱਤਰ ਦੇਣੇ ਹੈ, ਜੋ ਸਾਡੇ ਕੋਲ ਇੱਥੇ ਦਿਖਾਏ ਜਾ ਰਹੇ ਹਨ 1 ਤੋਂ 15 ਸ਼ਬਦਾਂ ਵਿੱਚ। ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ, ਭਾਰਤ ਵਿੱਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਨੂੰ ਕੀ ਨੁਕਸਾਨ ਹੋਇਆ? ਤਾਂ ਇਹਦਾ ਉੱਤਰ ਆਵੇਗਾ ਆਤਮ ਨਿਰਭਰ ਅਰਥ ਵਿਵਸਥਾ ਨੁਕਸਾਨੀ ਗਈ।
ਫਿਰ ਪ੍ਰਸ਼ਨ ਨੰਬਰ 2 ਹੈ, ਕ੍ਰਿਸ਼ੀ ਵਣਜੀਕਰਨ ਨਾਲ ਕਿਸਾਨ ਕਣਕ, ਕਪਾਹ, ਗੰਨਾ, ਪਟਸਨ ਅਤੇ ਤੇਲ ਦੇ ਬੀਜ ਆਦਿ ਦੀਆਂ ਫਸਲਾਂ ਕਿਉਂ ਬੀਜਣ ਲੱਗੇ? ਤਾਂ ਇਹਦਾ ਉੱਤਰ ਹੈ, ਇਹਨਾਂ ਦੀ ਮੰਡੀਆਂ ਵਿੱਚ ਬਹੁਤ ਮੰਗ ਸੀ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 3 ਹੈ, ਉਦਯੋਗਿਕ ਕ੍ਰਾਂਤੀ ਆਉਣ ਨਾਲ ਕਾਰਖਾਨਿਆਂ ਨੂੰ ਚਲਾਉਣ ਲਈ ਕਿਸ ਦੀ ਲੋੜ ਸੀ? ਤਾਂ ਇਸ ਦਾ ਉੱਤਰ ਹੈ ਕੱਚਾ ਮਾਲ। ਫਿਰ ਪ੍ਰਸ਼ਨ ਨੰਬਰ 4 ਹੈ, ਕਿਸਾਨਾਂ ਦਾ ਸ਼ਹਿਰਾਂ ਨਾਲ ਸੰਪਰਕ ਹੋਣ ਕਾਰਨ ਕੀ ਤਬਦੀਲੀ ਆਈ? ਕਿਸਾਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਸੋ ਆਓ ਬੱਚਿਓ, ਹੁਣ ਆਪਾਂ ਸਹੀ ਜਾਂ ਗਲਤ ਨਿਸ਼ਾਨ ਲਗਾ ਕੇ ਉੱਤਰ ਦੇਵਾਂਗੇ। ਪਰ ਇਹਦੇ ਵਿੱਚ ਸਾਡੇ ਕੋਲ ਨੰਬਰ 1 ਤੇ ਹੈ, ਅੰਗਰੇਜ਼ੀ ਸਰਕਾਰ ਨੇ ਭਾਰਤ ਵਿੱਚ ਕ੍ਰਿਸ਼ੀ ਵਣਜੀਕਰਨ ਸ਼ੁਰੂ ਕੀਤਾ, ਤਾਂ ਇਹ ਹੈ ਸਹੀ। ਫਿਰ ਨੰਬਰ 2 ਤੇ ਹੈ, ਲੋਕ ਮਿਲ ਕੇ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰਿਆ ਕਰਦੇ ਸਨ, ਤਾਂ ਇਹ ਗਲਤ ਹੈ। ਕਿਸਾਨਾਂ ਨੂੰ ਸ਼ਾਹੂਕਾਰਾਂ ਦਾ ਕਰਜ਼ਾ ਮੋੜਨਾ ਨਹੀਂ ਪੈਂਦਾ ਸੀ, ਇਹ ਵੀ ਗਲਤ ਹੈ। ਪੰਜਾਬ, ਗੁਜਰਾਤ ਅਤੇ ਬੰਗਾਲ ਵਿੱਚ ਵਣਜੀਕਰਨ ਨਹੀਂ ਹੋ ਸਕਿਆ, ਗਲਤ। ਕ੍ਰਿਸ਼ੀ ਵਣਜੀਕਰਨ ਨਾਲ ਲੋਕ ਸ਼ਹਿਰਾਂ ਤੋਂ ਕੱਪੜੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਸਤੇ ਮੁੱਲ 'ਤੇ ਖਰੀਦ ਕੇ ਲਿਆ ਸਕਦੇ ਸਨ, ਸਹੀ। ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਆੜ੍ਹਤੀਏ ਦੀ ਲੋੜ ਨਹੀਂ ਸੀ, ਗਲਤ। ਹੁਣ ਸਾਡੇ ਕੋਲ ਹੈ ਸਹੀ ਮਿਲਾਨ ਕਰੋ। ਇਹਦੇ ਵਿੱਚ ਆਪਾਂ ਨੂੰ ਭਾਗ ਊੜਾ ਵਿੱਚ ਮੁੱਖ ਕਿੱਤਾ, ਭੂਮੀ ਲਗਾਨ, ਉਦਯੋਗਿਕ ਕ੍ਰਾਂਤੀ, ਮੁੱਖ ਉਦੇਸ਼, ਸ਼ਾਹੂਕਾਰ, ਆੜ੍ਹਤੀਆ ਦਿੱਤੇ ਗਏ ਹਨ। ਇਹਨਾਂ ਦਾ ਮਿਲਾਨ ਆਪਾਂ ਐੜਾ ਭਾਗ ਨਾਲ ਕਰਾਂਗੇ। ਮੁੱਖ ਕਿੱਤਾ ਐੜੇ ਭਾਗ ਦੇ ਖੇਤੀਬਾੜੀ ਨਾਲ ਮਿਲਾਨ ਹੋਵੇਗਾ। ਭੂਮੀ ਲਗਾਨ ਐੜੇ ਭਾਗ ਦੇ ਨਿਸ਼ਚਿਤ ਰਕਮ। ਉਦਯੋਗਿਕ ਕ੍ਰਾਂਤੀ ਇੰਗਲੈਂਡ। ਮੁੱਖ ਉਦੇਸ਼ ਐੜੇ ਭਾਗ ਦੇ ਨਾਲ ਧਨ ਕਮਾਉਣਾ। ਸ਼ਾਹੂਕਾਰ ਐੜੇ ਭਾਗ ਦੇ ਨਾਲ ਕਰਜ਼ੇ ਦੇ ਨਾਲ ਅਸੀਂ ਇਸ ਦਾ ਮਿਲਾਨ ਕਰਾਂਗੇ। ਆੜ੍ਹਤੀਆ ਫਸਲ ਦਾ ਮੁੱਲ। ਇਸ ਤਰ੍ਹਾਂ ਆਪਾਂ ਇਹਨਾਂ ਸਭ ਦਾ ਮਿਲਾਨ ਕਰਾਂਗੇ। ਅੱਗੇ ਆਪਾਂ ਨੂੰ ਇੱਕ ਤਸਵੀਰ ਦਿਖਾਈ ਗਈ ਹੈ ਅਤੇ ਇਹ ਪੁੱਛਿਆ ਗਿਆ ਹੈ ਕਿ ਇਹ ਕਿਹੜੀ ਫਸਲ ਹੈ। ਤਾਂ ਇਸ ਦਾ ਉੱਤਰ ਆਪਾਂ ਸਾਰਿਆਂ ਨੇ ਇਸ ਤਸਵੀਰ ਨੂੰ ਵੇਖ ਕੇ ਦੇਣਾ ਹੈ ਕਿ ਇਹ ਕਿਹੜੀ ਫਸਲ ਹੈ। ਕਪਾਹ ਦੀ ਫਸਲ ਹੈ। ਅਤੇ ਵਿਦਿਆਰਥੀਓ, ਆਪਾਂ ਨੇ ਹੁਣ ਤੱਕ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਬਾਰੇ ਇਹਨੂੰ 3 ਭਾਗਾਂ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਦੇ ਭਾਗ ਵਿੱਚ ਆਪਾਂ ਨੇ ਕ੍ਰਿਸ਼ੀ ਦਾ ਵਣਜੀਕਰਨ ਪੜ੍ਹਿਆ ਹੈ, ਜੋ ਸਾਡੇ ਕਿਸਾਨਾਂ ਲਈ ਬਿਲਕੁਲ ਨਵਾਂ ਸ਼ਬਦ ਸੀ। ਵੀ ਖੇਤੀ ਵੀ ਅਸੀਂ ਲਾਭ ਕਮਾਉਣ ਲਈ ਕਰ ਸਕਦੇ ਹਾਂ, ਕਿਉਂਕਿ ਖੇਤੀ ਨੂੰ ਹੁਣ ਤੱਕ ਸਾਡੇ ਕਿਸਾਨਾਂ ਨੇ ਸਿਰਫ ਅਤੇ ਸਿਰਫ ਆਪਣੇ ਗੁਜ਼ਾਰੇ ਜੋਗੀ ਰੱਖਿਆ ਹੋਇਆ ਸੀ। ਪਰ ਅੰਗਰੇਜ਼ਾਂ ਦੇ ਆਉਣ ਨਾਲ ਨਜ਼ਰੀਆ ਬਦਲਿਆ, ਜਿਸ ਨਾਲ ਉਹਨਾਂ ਨੂੰ ਖੇਤੀਬਾੜੀ ਵਿੱਚੋਂ ਹੁਣ ਲਾਭ ਹੁੰਦਾ ਨਜ਼ਰ ਆਇਆ ਅਤੇ ਇਸ ਲਾਭ ਨੂੰ ਪ੍ਰਾਪਤ ਕਰਨ ਲਈ ਕਿਸਾਨਾਂ ਨੇ ਕੋਸ਼ਿਸ਼ ਵੀ ਕੀਤੀ ਅਤੇ ਨਵੇਂ ਢੰਗ ਤਰੀਕੇ ਅਤੇ ਨਵੀਆਂ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ, ਜਿਸ ਕਰਕੇ ਉਹਨਾਂ ਨੂੰ ਸ਼ਹਿਰਾਂ ਨਾਲ ਜੁੜਨ ਦਾ ਸਬੱਬ ਬਣਿਆ ਅਤੇ ਜਿਸ ਨਾਲ ਆਵਾਜਾਈ ਦੇ ਸਾਧਨ ਵੀ ਵਿਕਸਿਤ ਹੋਏ। ਜਿੱਥੇ ਪਹਿਲਾਂ ਅਸੀਂ ਪਿੰਡ ਤੱਕ ਹੀ ਸੀਮਤ ਸੀ, ਹੁਣ ਅਸੀਂ ਸ਼ਹਿਰਾਂ ਨਾਲ ਜੁੜਨ ਕਰਕੇ ਵੱਡਿਆਂ ਸ਼ਹਿਰਾਂ ਨਾਲ ਅਤੇ ਵਿਦੇਸ਼ਾਂ ਨਾਲ ਵੀ ਜੁੜਨਾ ਸ਼ੁਰੂ ਹੋ ਗਏ। ਸੋ ਇਸ ਕਰਕੇ ਇਹ ਕ੍ਰਿਸ਼ੀ ਵਣਜੀਕਰਨ ਇੱਕ ਕ੍ਰਾਂਤੀ ਸੀ ਖੇਤੀਬਾੜੀ ਵਿੱਚ ਅਤੇ ਹੁਣ ਜੋ ਖੇਤੀਬਾੜੀ ਦਾ ਧੰਦਾ ਸੀ ਉਹ ਲਾਭ ਕਮਾਉਣ ਲਈ ਵੀ ਕੀਤਾ ਜਾਣ ਲੱਗਾ। ਪਰ ਇਹਦਾ ਸਾਨੂੰ ਜਿਹੜਾ ਪ੍ਰਭਾਵ ਪਿਆ ਉਹ ਹਾਂ ਪੱਖੀ ਅਤੇ ਨਾ ਪੱਖੀ ਦੋਵੇਂ ਸੀ। ਭਾਵੇਂ ਕਿ ਅਸੀਂ ਸ਼ਹਿਰਾਂ ਨਾਲ ਜੁੜ ਗਏ, ਪਰ ਇਹਦਾ ਜੋ ਹਾਨੀ ਹੋਈ ਹੈ
ਉਹ ਇਹ ਸੀ ਕਿ ਅਸੀਂ ਹਾਲੇ ਵੀ ਪੁਰਾਣੇ ਢੰਗ ਤਰੀਕਿਆਂ ਨਾਲ ਫਸਲਾਂ ਉਗਾਉਂਦੇ ਸੀ, ਜਿਸ ਕਰਕੇ ਸਾਡੀ ਖੇਤੀਬਾੜੀ ਪਛੜੀ ਹੋਈ ਸੀ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਸ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੇ ਤੇ ਆਖਰੀ ਭਾਗ ਵਿੱਚ ਅੰਗਰੇਜ਼ਾਂ ਦੀਆਂ ਇਹਨਾਂ ਨੀਤੀਆਂ ਸੰਬੰਧੀ ਭਾਰਤੀ ਕਿਸਾਨਾਂ ਦੇ ਵਿਦਰੋਹ ਸੰਬੰਧੀ ਪੜ੍ਹਾਂਗੇ। ਧੰਨਵਾਦ।